ਪੰਜਾਬੀ ਕੋਚਿੰਗ ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਹਾਰਦਿਕ ਸਵਾਗਤ। ਦੋਸਤੋ ਸਟੈਨੋ ਦਾ ਪੇਪਰ ਬਹੁਤ ਨੇੜੇ ਆ ਚੁੱਕਿਆ ਹੈ ਤੇ ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਜਿਹੜਾ ਪੰਜਾਬੀ ਦਾ ਪੇਪਰ ਹੋਣਾ ਹੈ ਉਸ ਦੇ ਵਿੱਚੋਂ 50% ਨੰਬਰ ਲਵੋ। ਪਰ ਪੰਜਾਬ ਦੇ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਦਾ ਇਹ ਫਰਜ਼ ਵੀ ਬਣਦਾ ਹੈ ਕਿ ਉਹ 50% ਹੀ ਨਹੀਂ ਸਗੋਂ ਇਸ ਤੋਂ ਜ਼ਿਆਦਾ ਨੰਬਰ ਲੈਣ। ਤਾਂ ਅਸੀਂ ਤੁਹਾਡੀ ਇਸ ਤਿਆਰੀ ਦੇ ਵਿੱਚ ਪੂਰੀ ਮਦਦ ਕਰ ਰਹੇ ਹਾਂ। ਤੁਹਾਡੇ ਹੁਣ ਸਿਰਫ 24 ਦਿਨ ਬਚੇ ਹੈ। 2 ਫਰਵਰੀ ਨੂੰ ਮੈਂ ਵੀਡੀਓ ਬਣਾ ਰਹੀ ਹਾਂ। ਤਾਂ ਤੁਸੀਂ ਵੇਖ ਲਿਆ ਹੋਣਾ ਵਾਈਟ ਬੋਰਡ ਤੇ ਲਿਖਿਆ ਕਿ ਮੈਂ ਵਿਸਰਾਮ ਚਿੰਨ੍ਹਾਂ ਬਾਰੇ ਵੀਡੀਓ ਬਣਾ ਰਹੀ ਹਾਂ। ਦੋਸਤੋ ਇਹ ਗੱਲ ਮੈਂ ਕਲੀਅਰ ਕਰ ਦੇਵਾਂ ਕਿ ਤੁਹਾਡੇ ਸਿਲੇਬਸ ਦੇ ਵਿੱਚ ਇਸ ਨੂੰ ਵਿਸ਼ਰਾਮ ਚਿੰਨ੍ਹ ਲਿਖਿਆ ਹੋਇਆ ਹੈ। ਆਮ ਅਸੀਂ ਬੋਲਦੇ ਵੀ ਵਿਸ਼ਰਾਮ ਚਿੰਨ੍ਹ ਆ, ਪਰ 10ਵੀਂ ਜਮਾਤ ਦੀ ਜਿਹੜੀ ਵਿਆਕਰਨ ਲੱਗੀ ਹੋਈ ਹੈ ਉਹਦੇ ਵਿੱਚ ਸੱਸੇ ਦੇ ਪੈਰ 'ਚ ਬਿੰਦੀ ਨਹੀਂ ਪਾਈ ਹੋਈ, ਉੱਥੇ ਵਿਸਰਾਮ ਚਿੰਨ੍ਹ ਲਿਖਿਆ ਹੋਇਆ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਇਸ ਗੱਲ ਨੂੰ ਆਪਣੇ ਪੱਧਰ ਤੇ ਹੋਰ ਘੋਖ ਲਵੋ। ਤਾਂ ਮੈਂ ਫਿਲਹਾਲ ਵਿਸਰਾਮ ਚਿੰਨ੍ਹ ਹੀ ਲਿਖ ਰਹੀ ਹਾਂ, ਬਿੰਦੀ ਤੋਂ ਬਿਨਾਂ ਵਾਲਾ ਪਾ ਰਹੀ ਹਾਂ। ਸੋ ਦੋਸਤੋ ਸਭ ਤੋਂ ਪਹਿਲਾਂ ਤੁਹਾਡੇ ਲਈ ਜਾਣਨਾ ਜ਼ਰੂਰੀ ਹੈ ਕਿ ਜਿਹੜੀ ਭਾਸ਼ਾ ਹੈ ਉਹਦੀ ਸਭ ਤੋਂ ਵੱਡੀ ਇਕਾਈ ਜਿਹੜੀ ਹੈ ਉਹ ਵਾਕ ਹੈ। ਠੀਕ ਹੈ, ਤਾਂ ਤੁਸੀਂ ਇਹ ਕਾਪੀ ਤੇ ਨੋਟ ਕਰ ਲਓ। ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਉਹ ਵਾਕ ਹੈ। ਠੀਕ ਹੈ, ਮਤਲਬ ਵਾਕ ਤੋਂ ਵੱਡਾ ਤਾਂ ਭਾਸ਼ਾ ਦੇ ਵਿੱਚ ਹੋਰ ਕੁਝ ਨਹੀਂ ਹੁੰਦਾ। ਤੇ ਜਦੋਂ ਅਸੀਂ ਕੋਈ ਲੇਖ ਲਿਖਦੇ ਹਾਂ, ਕੋਈ ਕਹਾਣੀ ਲਿਖਦੇ ਹਾਂ, ਜਾਂ ਅਖਬਾਰ ਲਈ ਕੋਈ ਖਬਰ ਲਿਖਦੇ ਹਾਂ, ਜਾਂ ਕੱਲ੍ਹ ਨੂੰ ਤੁਸੀਂ ਸਟੈਨੋ ਵਾਲਿਆਂ ਨੇ ਬਹੁਤ ਸਾਰੇ ਨੋਟਿਸ ਟਾਈਪ ਕਰਨੇ ਹੋਇਆ ਕਰਨਗੇ, ਸਰਕਾਰੀ ਚਿੱਠੀਆਂ ਟਾਈਪ ਕਰਨੀਆਂ ਹੋਇਆ ਕਰਨਗੀਆਂ, ਤਾਂ ਉਹਦੇ ਵਿੱਚ ਸਾਨੂੰ ਵਿਸ਼ਰਾਮ ਚਿੰਨ੍ਹਾਂ ਦੀ ਜ਼ਰੂਰਤ ਪਿਆ ਕਰੂਗੀ ਕਿ ਵਿਸ਼ਰਾਮ ਚਿੰਨ੍ਹ ਇੱਕ ਵਾਕ ਨੂੰ ਅਸੀਂ ਜਦੋਂ ਦੂਜੇ ਵਾਕ ਨਾਲੋਂ ਅਲੱਗ ਕਰਨਾ ਹੈ, ਇੱਕ ਗੱਲ ਨੂੰ ਦੂਜੀ ਗੱਲ ਨਾਲੋਂ ਅਲੱਗ ਦਰਸਾਉਣਾ ਹੈ, ਤਾਂ ਉਹਦੇ ਲਈ ਅਸੀਂ ਕੁਝ ਚਿੰਨ੍ਹ ਵਰਤਦੇ ਹਾਂ, ਉਹਨਾਂ ਨੂੰ ਵਿਸਰਾਮ ਚਿੰਨ੍ਹ ਕਿਹਾ ਜਾਂਦਾ ਹੈ। ਦੋਸਤੋ ਮੈਂ 10ਵੀਂ ਜਮਾਤ ਦੀ ਵਿਆਕਰਨ ਦੀ ਜਿਹੜੀ ਹੂਬਹੂ ਪਰਿਭਾਸ਼ਾ ਹੈ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ। ਤੁਸੀਂ ਇਸ ਨੂੰ ਕਾਪੀ ਤੇ ਨੋਟ ਕਰ ਲਵੋ। ਬੋਲਣ ਵੇਲੇ ਜੋ ਉਤਰਾ ਚੜਾ ਠਹਿਰਾ ਆਉਂਦੇ ਹਨ ਉਹਨਾਂ ਨੂੰ ਲਿਖਤ ਵਿੱਚ ਅੰਕਿਤ ਕਰਨ ਲਈ ਵਿਸਰਾਮ ਚਿੰਨ੍ਹ ਵਰਤੇ ਜਾਂਦੇ ਆ। ਦੋਸਤੋ ਵਿਸਰਾਮ ਚਿੰਨ੍ਹਾਂ ਦੀ ਤਾਂ ਇੰਨੀ ਕੁ ਮਹੱਤਤਾ ਹੈ ਕਿ ਜੇਕਰ ਵਿਸਰਾਮ ਚਿੰਨ੍ਹ ਨਾ ਵਰਤੇ ਜਾਣ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ। ਠੀਕ ਹੈ, ਜੇਕਰ ਮੈਂ ਇੱਥੇ ਲਿਖਾਂ ਕਿ ਸੀਤਾ ਪੜ੍ਹਾਈ ਕਰੇਗੀ, ਠੀਕ ਹੈ, ਤਾਂ ਇਹਦੇ ਪਿੱਛੇ ਮੈਂ ਡੰਡੀ ਪਾ ਦੇਵਾਂ। ਤੇ ਦੂਸਰਾ ਵਾਕ ਮੈਂ ਲਿਖਾਂ ਕਿ ਸੀਤਾ ਪੜ੍ਹਾਈ ਕਰੇਗੀ, ਇਹਦੇ ਪਿੱਛੇ ਮੈਂ ਪ੍ਰਸ਼ਨ ਚਿੰਨ੍ਹ ਪਾ ਦੇਵਾਂ। ਤੇ ਇਹਨਾਂ ਦੋਨਾਂ ਸ਼ਬਦਾਂ ਵਾਕਾਂ ਦੇ ਜਿਹੜੇ ਅਰਥ ਆ ਉਹ ਬਿਲਕੁਲ ਚੇਂਜ ਹੋ ਗਏ ਆ। ਸੀਤਾ ਪੜ੍ਹਾਈ ਕਰੇਗੀ ਦਾ ਮਤਲਬ ਇਹ ਹੈ, ਮੈਂ ਕਹਿ ਰਹੀ ਹਾਂ ਕਿ ਤੁਹਾਨੂੰ ਦੱਸ ਰਹੀ ਹਾਂ ਕਿ ਸੀਤਾ ਪੜ੍ਹਾਈ ਕਰੂਗੀ। ਤੇ ਜੇਕਰ ਮੈਂ ਕਹਾਂ ਕਿ ਸੀਤਾ ਪੜ੍ਹਾਈ ਕਰੇਗੀ ਪਿੱਛੇ ਪ੍ਰਸ਼ਨਵਾਚਕ ਚਿੰਨ੍ਹ ਲੱਗਿਆ ਹੋਇਆ ਤਾਂ ਇਹਦਾ ਮਤਲਬ ਮੈਂ ਪੁੱਛ ਰਹੀ ਹਾਂ ਕਿ ਕੀ ਸੀਤਾ ਪੜ੍ਹਾਈ ਕਰੇਗੀ, ਸੀਤਾ ਪੜ੍ਹਾਈ ਕਰੇਗੀ। ਇੱਕ ਹੋਰ ਬੜੀ ਹਾਸੇ ਵਾਲੀ ਗੱਲ ਅਸੀਂ ਕਰਦੇ ਹੁੰਦੇ ਹਾਂ ਵਿਸ਼ਰਾਮ ਚਿੰਨ੍ਹਾਂ ਦੇ ਸੰਬੰਧ ਵਿੱਚ, ਉਹ ਇਹ ਹੈ ਕਿ ਵਿਸ਼ਰਾਮ ਚਿੰਨ੍ਹ ਜਿਹੜੇ ਲਾਉਣ ਦੇ ਨਾਲ ਕਿੰਨਾ ਫਰਕ ਪੈ ਜਾਂਦਾ। ਤੁਸੀਂ ਵੇਖੋ, ਜੇ ਮੈਂ ਲਿਖਾਂ ਕਿ ਰੋਕੋ ਕੌਮਾ ਨਾ ਜਾਣ ਦਿਓ, ਨਾ ਜਾਣ ਦਿਓ, ਠੀਕ ਹੈ, ਤਾਂ ਰੋਕੋ ਤੋਂ ਬਾਅਦ ਕੌਮਾ ਪਾਇਆ ਤਾਂ ਮੈਂ ਕਹਿ ਰਹੀ ਹਾਂ ਰੋਕੋ ਨਾ ਜਾਣ ਦਿਓ। ਤੇ ਜਦੋਂ ਮੈਂ ਦੂਜੇ ਤੇ ਪਾਵਾਂ ਰੋਕੋ ਨਾ ਕੌਮਾ ਨਾ ਤੋਂ ਬਾਅਦ ਪਾਵਾਂ ਜਾਣ ਦਿਓ, ਤਾਂ ਇਹਦਾ ਮਤਲਬ ਕੀ ਹੈ, ਮੈਂ ਕਹਿ ਰਹੀ ਹਾਂ ਵੀ ਰੋਕੋ ਨਾ ਉਹਨਾਂ ਨੂੰ ਜਾਣ ਦਿਓ। ਦੇਖੋ ਹੁਣ ਵਾਕ ਇੱਕੋ ਜਿਹਾ ਹੈ, ਸਿਰਫ ਵਿਸ਼ਰਾਮ ਚਿੰਨ੍ਹ ਦਾ ਫਰਕ ਪਿਆ ਕਿ ਵਿਸ਼ਰਾਮ ਚਿੰਨ੍ਹ ਪਹਿਲਾਂ ਮੈਂ ਕੌਮਾ ਇੱਥੇ ਲਾਤਾ ਤੇ ਇਹਦਾ ਕੌਮਾ ਇੱਥੇ ਲਾਤਾ, ਤਾਂ ਦੋਨਾਂ ਦੇ ਅਰਥਾਂ ਦੇ ਵਿੱਚ ਫਰਕ ਪੈ ਗਿਆ। ਤਾਂ ਇਸ ਤਰ੍ਹਾਂ ਦੋਸਤੋ ਤੁਸੀਂ ਕੱਲ੍ਹ ਨੂੰ ਟਾਈਪਿਸਟ ਬਣਨਾ ਹੈ, ਕਹਿਣ ਦਾ ਭਾਵ ਤੁਹਾਡੀ ਜ਼ਿੰਮੇਵਾਰੀ ਇਸ ਤੋਂ ਵੀ ਵੱਡੀ ਹੈ। ਤਾਂ ਤੁਸੀਂ ਇਸ ਦਾ ਧਿਆਨ ਬਿਲਕੁਲ ਰੱਖਣਾ ਹੋਊਗਾ ਕਿ ਕਿੱਥੇ ਕਿਹੜਾ ਵਿਸਰਾਮ ਚਿੰਨ੍ਹ ਲੱਗਦਾ ਹੈ, ਤੇ ਪੇਪਰ ਲਈ ਵੀ ਬਹੁਤ ਜ਼ਰੂਰੀ ਆ। ਤਾਂ ਪੰਜਾਬੀ ਦੇ ਵਿੱਚ ਟੋਟਲ ਕੁੱਲ 12 ਕੋ ਵਿਸਰਾਮ ਚਿੰਨ੍ਹ ਮਿਲਦੇ ਨੇ। ਅਸੀਂ ਉਹਨਾਂ ਦੇ ਵਿੱਚੋਂ ਅੱਜ 6 ਵਿਸਰਾਮ ਚਿੰਨ੍ਹ ਇਸ ਵੀਡੀਓ ਦੇ ਵਿੱਚ ਪੜ੍ਹਾਂਗੇ, ਤਾਂ ਤੁਸੀਂ ਧਿਆਨ ਨਾਲ ਇਸ ਵੀਡੀਓ ਦੇ ਨਾਲ ਜੁੜੇ ਰਹੋ। ਦੋਸਤੋ ਸਭ ਤੋਂ ਪਹਿਲਾਂ ਵਿਸਰਾਮ ਚਿੰਨ੍ਹ ਸਾਡੇ ਕੋਲ ਹੈਗਾ ਡੰਡੀ, ਜਿਸ ਨੂੰ ਅੰਗਰੇਜ਼ੀ ਦੇ ਵਿੱਚ ਤਾਂ ਬਿੰਦੀ ਦੇ ਤੌਰ ਤੇ ਵਰਤਿਆ ਜਾਂਦਾ ਹੈ, ਪਰ ਪੰਜਾਬੀ 'ਚ ਅਸੀਂ ਡੰਡੀ ਵਰਤਦੇ ਹਾਂ, ਜਿਹੜੀ ਕਿ ਇਸ ਤਰ੍ਹਾਂ ਪੈਂਦੀ ਹੈ। ਠੀਕ ਹੈ, ਧਿਆਨ ਨਾਲ ਤੁਸੀਂ ਇਸ ਦਾ ਚਿੰਨ੍ਹ ਪਛਾਣ ਲਓ। ਵੈਸੇ ਸਭ ਨੂੰ ਪਤਾ ਹੋਊਗਾ, ਬਹੁਤ ਬੇਸਿਕ ਚੀਜ਼ ਹੈ, ਪਰ ਕਈ ਵਾਰੀ ਪੇਪਰ ਦੀ ਟੈਨਸ਼ਨ ਦੇ ਵਿੱਚ ਹਰ ਫਲ ਜਾਂਦੇ ਆ ਤਾਂ ਅਸੀਂ ਗਲਤ ਟਿਕ ਕਰੇ ਆਉਂਦੇ ਆ। ਤਾਂ ਡੰਡੀ ਜਿਹੜੀ ਉਹ ਸਿੱਧੀ ਇਸ ਤਰ੍ਹਾਂ ਦੀ ਹੁੰਦੀ ਹੈ, ਜਿਹੜੀ ਕਿ ਅੱਖਰ ਦੇ ਬਰਾਬਰ ਦਾ ਹੀ ਇਹਦਾ ਸਾਈਜ਼ ਹੁੰਦਾ ਹੈ। ਤਾਂ ਇਹ ਕਿੱਥੋਂ ਲੱਗਦੀ ਹੈ, ਜਦੋਂ ਇਸ ਨੂੰ ਅਸੀਂ ਪੂਰਨ ਵਿਸ਼ਰਾਮ ਵੀ ਕਹਿੰਦੇ ਆ। ਇਹ ਤੁਸੀਂ ਨੋਟ ਕਰ ਲੈਣਾ ਕਿ ਇਸ ਨੂੰ ਪੂਰਨ ਵਿਸਰਾਮ ਵੀ ਕਿਹਾ ਜਾਂਦਾ ਹੈ। ਕਹਿਣ ਦਾ ਭਾਵ ਵੀ ਸਾਡੀ ਪੂਰੀ ਦੀ ਪੂਰੀ ਗੱਲ ਜਿਹੜੀ ਆ ਉਹ ਖਤਮ ਹੋ ਚੁੱਕੀ ਹੈ। ਇਸ ਤੋਂ ਬਾਅਦ ਅਸੀਂ ਦੂਜੀ ਗੱਲ ਕੋਈ ਕਵਾਂਗੇ ਤਾਂ ਉਦੋਂ ਇਹ ਵਿਸਰਾਮ ਚਿੰਨ੍ਹ ਜਿਹੜਾ ਇਹ ਡੰਡੀ ਵਾਲਾ ਲੱਗਦਾ ਹੈ। ਤਾਂ ਹੁਣ ਅਸੀਂ ਗੱਲ ਕਰਾਂਗੇ 10ਵੀਂ ਜਮਾਤ ਦੀ ਵਿਆਕਰਨ ਵਾਲੀ ਕਿ ਉਹਦੇ ਵਿੱਚ ਕੀ ਕਿਹਾ ਗਿਆ ਹੈ ਕਿ ਪੂਰਨ ਵਿਸਰਾਮ ਜਾਂ ਠਹਿਰਾ ਦਾ ਚਿੰਨ੍ਹ ਹੈ
इसलिए वाक दे अंत विच लाया जाता है। इस चिन्ह की वरतों किस तरह हुंदी है, जिवें मैं कहना होवे राम सियाणा मुंडा है। ठीक है, इत्थे साडी गल पूरी हो गई है ते वाक दे अंत विच असीं डंडी जिहड़ी है ला रहे हां। तां एक होर गल तुसीं चेते रखनी है कि जिहड़ा कौमा है वो वाक दे विचाले लगदा हुंदा है जां शब्द तो बाद लगदा हुंदा है, पर जिहड़ी डंडी है वो जमां एंड ते लगदी है, यही इसदी पछाण है। ਤਾਂ सब एक होर वाक भी है, जिवें कुछ वाक हुंदे जिन्हां दे विच प्रश्न पुछिया हुंदा पर फिर भी उहदे विच डंडी लगदी है। आम तौर ते तां जदों कोई प्रश्नवाचक वाक होवे तां उहदे च की हुंदा भी प्रश्नवाचक चिन्ह लगदा, जिहनूं ਅਸੀਂ कड़छी कह दिंदे पंजाबी वाले। ठीक है, पर कई वारी प्रश्नवाचक वाक अजिहे हुंदे आ जिहदे पिछे डंडी लगदी है। जिवें कि मैं कहां कि मैं जानना चाहुंदी हां कि तेरा विआह ਉਹਦੇ ਨਾਲ ਕਿਵੇਂ ਹੋਇਆ, ਇਹਦੇ ਪਿੱਛੇ ਡੰਡੀ ਲੱਗੂਗੀ। ਠੀਕ ਹੈ, ਤਾਂ ਇਸ ਵਾਕ ਦੇ ਵਿੱਚ 2 ਨੰਬਰ ਵਾਕ ਦੇ ਵਿੱਚ ਪੁੱਛਿਆ ਤਾਂ ਪ੍ਰਸ਼ਨ ਗਿਆ, ਪਰ ਇਹਦੇ 'ਚ ਕੀ ਹੋਇਆ ਹੈ, ਫਿਰ ਵੀ ਡੰਡੀ ਹੀ ਲੱਗੀ ਹੈ। ਕਿਉਂ ਲੱਗੀ ਹੈ? ਕਿਉਂਕਿ ਇਹਦੇ ਵਿੱਚ 2 ਉਪਵਾਕ ਸੀ। एक छोटे वाक नूं असीं उपवाक कहने आ, तां इहदे विच 2 उपवाक सी, एक मैं जानना चाहुंदी हां, दूसरा उपवाक सीगा तेरा विआह उहदे नाल किवें होया। तां इहदे विच भी असीं डंडी ला दित्ती। तां एक गल होर याद रखण वाली है कि गुरबाणी दीआं तुकां दे अंत विच 2 डंडियां लगदियां हन। ਇਹ ਤੁਸੀਂ ਆਪਦੇ ਦਿਮਾਗ 'ਚ ਬਿਠਾ ਲੈਣਾ कि गुरबाणी दीआं तुकां जिवें मैं तुहानूं तुक बोलदी हां कि गावे को ताण होवे किसे ताण, तां ਉਹਦੇ ਪਿੱਛੇ ਅਸੀਂ इस तरह 2 डंडियां लावांगे। तो हुण असीं पढ़दे हां अगले विश्राम चिन्ह बारे। अगला विश्राम चिन्ह हैगा जी प्रश्न चिन्ह। दोस्तों दूजा साडा है प्रश्न चिन्ह, जिसकी निशानी कि इस तरह की है। ठीक है, तो यह कदों लगदा जदों किसी वाक दे विच प्रश्न पुछया गया होवे, जिवें राम किसदा मुंडा है, राम किसदा मुंडा है, इहदे विच प्रश्न पुछया गया है। तो इस तो पहला मैं एक वाक करवाया सी जिवें जिहदे च मैं कहा सी कि मैं जानना चाहुंदी हां कि तेरा विआह उहदे नाल किवें होया। ਇਹਦੇ ਵਿੱਚ 2 ਉਪਵਾਕ ਸੀਗੇ। ਇੱਕ ਉਪਵਾਕ ਜਿਹੜਾ ਸੀ ਮੈਂ ਜਾਣਨਾ ਚਾਹੁੰਦੀ ਹਾਂ, ਉਹਦੇ ਵਿੱਚ ਕੋਈ ਪ੍ਰਸ਼ਨ ਨਹੀਂ ਪੁੱਛਿਆ ਸੀ, ਸਿੱਧਾ ਲਿਖਿਆ ਸੀ ਮੈਂ ਜਾਣਨਾ ਚਾਹੁੰਦੀ ਹਾਂ। ਤਾਂ ਇਸ ਕਰਕੇ ਉਹਦੇ ਐਂਡ ਦੇ ਵਿੱਚ ਜਿਹੜਾ ਹੈ ਉਹ ਡੰਡੀ ਲੱਗ ਗਈ। ਪਰ ਤੋਂ ਪਹਿਲਾਂ ਮੈਂ ਗੱਲ ਕੀਤੀ ਸੀਗੀ ਕਿ ਜੇ ਕੋਈ ਪ੍ਰਸ਼ਨਵਾਚਕ ਦੇ ਵਿੱਚ 2 ਉਪਵਾਕ ਆ ਜਾਣ ਤਾਂ ਉਹਦੇ 'ਚ ਅਸੀਂ ਪਿੱਛੇ ਡੰਡੀ ਲਾ ਦਿੰਦੇ ਹਾਂ। ਜਿਵੇਂ ਕਿ ਮੈਂ ਪਹਿਲਾਂ ਵਾਕ ਕਰਵਾਇਆ ਕਿ ਮੈਂ ਜਾਣਨਾ ਚਾਹੁੰਦੀ ਹਾਂ ਕਿ ਤੇਰਾ ਵਿਆਹ ਉਸ ਦੇ ਨਾਲ ਕਿਵੇਂ ਹੋਇਆ। ਇਹਦੇ ਵਿੱਚ ਜਿਹੜਾ ਪਹਿਲਾ ਉਪਵਾਕ ਸੀ ਮੈਂ ਜਾਣਨਾ ਚਾਹੁੰਦੀ ਹਾਂ, ਇਹਦੇ ਵਿੱਚ ਕੋਈ ਪ੍ਰਸ਼ਨ ਨਹੀਂ ਪੁੱਛਿਆ ਗਿਆ ਸੀ, एंड ते प्रश्न सीगा तो असीं पिछे डंडी लाती। पर जेकर दोने दे दोने उपवाक ही प्रश्नवाचक होण तां फिर एंड ते प्रश्न चिन्ह ही लगदा है। जिवें कि की तैनूं पता है कि मैडम दा घर किहड़ा है, मैडम दा घर किहड़ा है। ठीक है, तो इहदे विच भी प्रश्न पुछया गया है ते दूसरे उपवाक दे विच भी प्रश्न पुछया गया है, इसलिए इहदे दोनां दे मगर ही प्रश्नवाचक चिन्ह लगूगा। दोस्तों हुण गल करदे हां विस्मिक चिन्ह दी। तां विस्मिक चिन्ह दी निशानी हुंदी है डंडी पा के थल्ले बिंदी लगी हुंदी है। जदों असीं कोई खुशी गमी दे भाव प्रगट करने होण, गुस्से दे भाव प्रगट करने होण, हैरानी दे भाव प्रगट करने होण तां उदों असीं विस्मिक चिन्ह लाउने आ। ठीक है, लिखण लगे जिवें मैं कहना होवे हाय ओ नहीं बची, तां इह काहदा भाव है, गमी दा। ठीक है, जे मैं कहना होवे वाह तो इत्थे मैं विस्मिक चिन्ह लाया, तुसी कमाल कर दित्ती, तुसी कमाल कर दित्ती। ठीक है, इत्थे वाह मतलब कि हैरानी हो रही है सानू। जिवें हैं कुड़ी ने चोर कुट दिते, इत्थे भी हैरानी हो रही है। ठीक है, तो इत्थे जिते हैरानी खुशी गमी दे भाव आ रहे होण तो उत्थे असीं लाउने आ विस्मिक चिन्ह। तो कई बार दोस्तों की हो जाता कि बहुत ज़्यादा हैरानी की गल होंदी है तो उत्थे कई बार 2 विस्मिक चिन्ह भी लग जाते हैं। जिवें असीं उदाहरण लै लैंदे हां, किताब दे विच उदाहरण दित्ती हुई है हैं एक ही भाणा वरत गया, 2 बारी हैं लिखिया होया हैं, इत्थे पा के विस्मिक चिन्ह, फिर लिखिया फिर हैं, 2 बारी जो साडे मूँह चों निकले तो उदों असीं कई बार दूरा दूरा विस्मिक चिन्ह भी वरत लैंदे आ। तां मोटा जिहा नियम यह है भी जदों बहुत ज़्यादा तीबर थोड़े भाव निकल रहे होण
अचानक तुहानूं खुशी मिल जे, अचानक तुसीं हैरान हो जाओ, अचानक तुहाडे लई बहुत वड्डी घटना वापर जावे, तां उदों तुहाडे मूँह च जिहड़े शब्द निकलदे आ तां उन्हां पिछे असीं विस्मिक चिन्ह लाउने आ। दोस्तों हुण असीं गल करांगे कौमे दी, जिसनूं पंजाबी च कामा कहा जांदा, बोलण लगे असीं कौमा भी कहने आ। जदों डंडी नालों घट ठहरा दी लोड़ पवे तां उदों कौमा वरतिया जांदा। इस नूं असीं अर्ध विश्राम चिन्ह भी कह दिंदे आ। तां असीं हुण जाणांगे कि कौमा कित्थे कित्थे लगदा। सब तो इंपॉर्टेंट कौमा है, क्योंकि कौमे की गलती बहुत लोग कर जाते हैं तो सानूं बहुत थावां ते भुलेखा भी पैंदा कि कौमा कित्थे कित्थे लगूगा। तो सब तो पहला इक्को श्रेणी के शब्द, कहण दा भाव जदों इक्को श्रेणी के शब्द आउण, जिवें मान लो असीं इकट्ठे शहरां दे नाम लैणे आ, तां मैं कहूँगी जलंधर कौमा अमृतसर कौमा फरीदकोट पंजाब दे शहर हन। ठीक है, इत्थे जाके मैं डंडी ला दूंगी। जां मैं जे इक्को श्रेणी के जिवें होर हो सकदे आ, रोल नंबर 1 2 3 ਅਤੇ 5 ਨੂੰ सर ने बुलाया है, तो इक्को श्रेणी के हो गए। इस तो इलावा जे मैं कहां कि सतलुज ब्यास चनाह ਅਤੇ रावी पंजाब दे दरिया हन। ठीक है, तो इक्को जिहियां गल्लां नूं अड्ड अड्ड करन दे लई मैं कौमा लाया। दूजे नंबर है संबोधक शब्द तो पिछों। संबोधक शब्द किहड़े हुंदे आ, जिवें मैं किसी नूं कहना होवे मास्टर जी जरा रुक जाओ। ठीक है, मास्टर जी कौमा जरा रुक जाओ। ठीक, कैमरामैन नूं मैं पूछां कि दिख रहे हैं शब्द विच? ठीक है जी। तो इस तो बाद जिवें होर असीं उदाहरण लैंदे आ संबोधक शब्द, जिवें कि चाची जी तुसीं आ गए, चाची जी। इस तो बाद तुसीं आ गए। ठीक है, इस तो बाद जिथे योजक ना होण। दोस्तों योजक की हुंदे आ, जिहड़े दो वाकां नूं आपस दे विच जोड़ दिंदे आ। जिवें मैं कहां कि हरप्रीत कौर बहुत सियाणी कुड़ी है अते उसने पढ़ाई बहुत निठ के कीती है ते नाल दी नाल ओह अज एक चंगे अहुदे ते बिराजमान है। तो इहदे विच मैं अते ते नाल दी नाल अजिहे शब्द वरत रही हां, तां इह हैगे योजक। पर जिथे योजक ना होण उत्थे कौमा लग जांदा है। जिवें मैं कहां अमृतसर, अमृतसर पंजाब दा शहर है, कौमा भीड़ वाला इलाका है, इलाका है, कौमा बार्डर एरिए ते पैंदा है, बार्डर एरिए ते पैंदा है, पर फिर भी विकसित है, पर फिर भी विकसित है। ठीक है, तो इत्थे मैं ये भी कह सकती सी अमृतसर पंजाब दा शहर है अते भीड़ वाला इलाका है अते नाल ही बार्डर एरिए ते पैंदा है, पर फिर भी विकसित है। पर मैं अते कहण दी बजाए कौमा लाया। कहण दा भाव जिथे असीं योजक लुप्त कर देने होण तां उत्थे असीं, लुप्त दा मतलब हुंदा गुम कर देने, तां उत्थे असीं कौमा वरतदे हां। जिवें मैं कहना होवे फसलां लहरा रहीआं सन, कौमा पंजाब दे खेत हरे भरे नज़र आ रहे सन, कौमा किसान काम कर रहे सन, कौमा पंजाब खुशहाल नज़र आ रहा सी। तां इहदी बजाय मैं इस तरह भी कह सकदी हां फसलां लहरा रहीआं सन अते किसान काम कर रहे सन अते खेत हरे भरे सन। तां जदों मैं अते नहीं लाउणा तां उत्थे मैं कौमा ला दिंदी हां। तां तुसीं ध्यान रखना है दोस्तों। कौमा होर कित्थे कित्थे लगदा है भी असीं जाणांगे। देखो पुट्ठे सिद्धे कौमिਆਂ ਤੋਂ ਪਹਿਲਾਂ, पुट्ठे सिद्धे कौमे ਜਿਹੜੇ ਹੁੰਦੇ ਆ ਉਹ ਹੁੰਦੇ ਆ ਜਿਵੇਂ ਮੈਂ ਕੋਈ ਗੱਲ ਕਿਸੇ ਨੇ ਕਹੀ, ਉਸ ਗੱਲ ਨੂੰ ਮੈਂ ਸੇਮ ਲਿਖਣਾ ਹੋਵੇ। ਜਿਵੇਂ ਮੈਂ ਕਹਾਂ ਮੇਰੇ ਦਾਦੀ ਜੀ ਨੇ ਕਿਹਾ, ਕੌਮਾ ਪੁੱਠੇ ਸਿੱਧੇ ਕੌਮੇ ਸ਼ੁਰੂ, ਸੁਬਾ ਛੇਤੀ ਉੱਠਣਾ ਚਾਹੀਦਾ ਹੈ। ਜਿਵੇਂ ਇੱਥੇ ਲਿਖ ਕੇ ਵੇਖਦੇ ਹਾਂ ਆਪਾਂ, ਮੇਰੇ ਦਾਦੀ ਜੀ ਨੇ ਕਿਹਾ, ਤਾਂ ਇੱਥੇ ਕੌਮਾ ਲੱਗ ਗਿਆ। ਇਹ ਪੁੱਠੇ ਕੌਮੇ ਸ਼ੁਰੂ ਹੋਏ, ਸੁਬਾ ਛੇਤੀ उठो, पुट्ठे कौमे बंद। ठीक है, तो इन्हां पुट्ठे कौमिਆਂ तो पहला भी कौमा लगता है। असीं याद रखना है पुट्ठे सीधे कौमिਆਂ की वरतों तो पहला असीं कौमा लाउणा है। जिवें मैं कहां मास्टर जी गुस्से विच बोले, कौमा तुसीं घर दा काम क्यों नहीं कीता। ये जिहड़ा तुसीं घर दा काम क्यों नहीं कीता, इसनूं असीं पुट्ठे कौमिਆਂ दे विच रखना है। इस तो बाद है हाँ जी जां ना जी तो बाद। जिवें मैं कहना होवे ना जी कौमा मैं तो उत्थे नहीं गई, ਜਾਂ फिर मैं कहना होवे हाँ जी कौमा मैं तो उत्थे जरूर जावांगी। तो हाँ जी ते ना जी तो बाद कौमा लगता है।
ਇਸ ਤੋਂ ਬਾਅਦ ਹੈ ਉਪਵਾਕਾਂ ਦੇ ਵਿਚਕਾਰ। ਉਪਵਾਕ ਕੀ ਹੁੰਦੇ ਆ? ਜਦੋਂ ਅਸੀਂ ਪੂਰਾ ਇੱਕ ਲੰਮਾ ਵਾਕ ਬੋਲ ਰਹੇ ਹਾਂ ਤਾਂ ਉਹਦੇ ਵਿੱਚ ਜਿਹੜੇ ਛੋਟੇ ਵਾਕ ਹੁੰਦੇ ਆ, ਛੋਟੇ ਛੋਟੇ ਟੁਕੜਿਆਂ ਦੇ ਵਿੱਚ, ਉਹਨੂੰ ਅਸੀਂ ਉਪਵਾਕ ਕਹਿ ਦਿੰਦੇ ਆ। ਜਿਵੇਂ ਮੈਂ ਕਹਿਣਾ ਹੋਵੇ ਕਿ ਮੇਰੇ ਦਾਦੀ ਜੀ ਦਾ ਸੁਭਾਅ, ਕੌਮਾ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਕੌਮਾ, ਬੜਾ ਹੀ ਸਖਤ ਸੀ। ਤਾਂ ਇਹਦੇ ਵਿੱਚ 3 ਵਾਕ ਸੀਗੇ, ਤਾਂ ਉਸ ਨੂੰ ਅਸੀਂ ਕੌਮਿਆਂ ਦੇ ਨਾਲ ਅਲੱਗ-ਅਲੱਗ ਕਰਤਾ। ਤਾਂ ਹੁਣ ਅਸੀਂ ਦੇਖਦੇ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕੋਈ ਉਦਾਹਰਨ, ਜਿਵੇਂ ਕਿ ਇਹਦੇ ਵਿੱਚ ਹੈ, ਇਹ ਕਿਤਾਬ, ਕੌਮਾ, ਜਿਹੜੀ ਤੁਹਾਡੇ ਹੱਥ ਵਿੱਚ ਹੈ, ਕੌਮਾ, ਮੈਨੂੰ ਇਨਾਮ ਵਿੱਚ ਮਿਲੀ ਸੀ। ਠੀਕ ਹੈ, ਤਾਂ ਇਸ ਨੂੰ ਅਸੀਂ ਉਪਵਾਕਾਂ ਨੂੰ ਇੱਕ ਵਾਰੀ ਲਿਖ ਕੇ ਦੇਖ ਲੈਂਦੇ ਹਾਂ। ਇਹ ਕਿਤਾਬ, ਕੌਮਾ, ਜਿਹੜੀ ਤੁਹਾਡੇ ਹੱਥ ਵਿੱਚ ਹੈ, ਕੌਮਾ, ਮੈਨੂੰ ਇਨਾਮ ਵਿੱਚ ਮਿਲੀ ਸੀ। ਠੀਕ ਹੈ, ਤਾਂ ਇਸ ਨਾਲ ਤੁਸੀਂ ਇਸ ਵੀਡੀਓ 'ਚ ਉਪਵਾਕ ਵੀ ਸਿੱਖ ਰਹੇ ਹੋ ਕਿ ਉਪਵਾਕ ਕੀ ਹੁੰਦਾ। ਉਪਵਾਕ ਆ ਦੇਖੋ, ਹੁਣ ਇਹ ਪੂਰਾ ਵਾਕ ਹੈ ਇੱਕ। ਠੀਕ, ਇਹਦੇ ਵਿੱਚ ਛੋਟੇ ਛੋਟੇ ਵਾਕ ਹੈ। ਜਿਹੜੀ ਤੁਹਾਡੇ ਹੱਥ ਵਿੱਚ ਹੈ ਇੱਕ ਵਾਕ, ਮੈਨੂੰ ਇਨਾਮ ਵਿੱਚ ਮਿਲੀ ਸੀ ਦੂਜਾ ਵਾਕ। ਤਾਂ ਇਹਨਾਂ ਵਾਕਾਂ ਨੂੰ ਅਲੱਗ ਕਰਨ ਦੇ ਲਈ ਅਸੀਂ ਕੌਮਾ ਲਾਇਆ। ਦੋਸਤੋ, ਅਗਲਾ ਵਿਸਰਾਮ ਚਿੰਨ੍ਹ ਅਸੀਂ ਕਰਾਂਗੇ ਪੁੱਠੇ ਕੌਮੇ। ਪੁੱਠੇ ਕੌਮੇ ਬਹੁਤ ਇੰਪੋਰਟੈਂਟ ਵਿਸਰਾਮ ਚਿੰਨ੍ਹ ਹੈ। ਅਕਸਰ ਸਾਨੂੰ ਪ੍ਰੀਖਿਆਵਾਂ ਦੇ ਵਿੱਚ ਵੀ ਪੁੱਠੇ ਕਾਮਿਆਂ ਬਾਰੇ ਪ੍ਰਸ਼ਨ ਆਉਂਦਾ ਹੁੰਦਾ ਸੀ। ਤਾਂ ਜਦੋਂ ਮੈਂ ਪਹਿਲਾਂ ਵੀ ਦੱਸ ਕੇ ਹਟੀ ਹਾਂ ਕਿ ਜਦੋਂ ਕਿਸੇ ਗੱਲ ਨੂੰ, ਕਿਸੇ ਦੀ ਕਹੀ ਹੋਈ ਗੱਲ ਨੂੰ ਹੂ ਬਹੂ ਕਹਿਣਾ ਹੈ ਤਾਂ ਉਦੋਂ ਅਸੀਂ ਪੁੱਠੇ ਕਾਮੇ ਵਰਤਦੇ ਹਾਂ। ਜਿਵੇਂ ਮੇਰੇ ਮਾਤਾ ਜੀ ਨੇ ਕਿਹਾ, ਮੇਰੇ ਮਾਤਾ ਜੀ ਨੇ ਕਿਹਾ, ਕੌਮਾ, ਪੁੱਠੇ ਕਾਮੇ ਸ਼ੁਰੂ ਇੱਕ ਇੱਧਰ ਨੂੰ ਪਹਿਲਾਂ ਲੱਗਣਗੇ, ਉੱਪਰ ਨੂੰ। ਠੀਕ ਹੈ, ਕੀ ਕਿਹਾ ਮਾਤਾ ਜੀ ਨੇ? ਤੈਨੂੰ ਪੜ੍ਹਾਈ ਵੱਲ ਧਿਆਨ ਦੇਣਾ ਹੀ ਪਵੇਗਾ, ਦੇਣਾ ਹੀ ਪਵੇਗਾ। ਇਹ ਮਾਤਾ ਜੀ ਨੇ ਗੱਲ ਕਹੀ ਹੈ, ਇਸ ਨੂੰ ਅਸੀਂ ਡੰਡੀ ਲਾਉਣ ਤੋਂ ਬਾਅਦ ਪੁੱਠੇ ਕੌਮੇ ਬੰਦ ਕਰਨੇ ਹਨ। ਇਹ ਇੰਪੋਰਟੈਂਟ ਗੱਲ ਹੈ ਕਿ ਜਿਹੜੀ ਗੱਲ ਕਹੀ ਹੈ ਉਹ ਗੱਲ ਪੂਰੀ ਹੋ ਗਈ, ਡੰਡੀ ਲੱਗੀ, ਫਿਰ ਪੁੱਠੇ ਕੌਮੇ ਬੰਦ ਕਰਨੇ ਆ। ਤਾਂ ਪੁੱਠੇ ਕੌਮਿਆਂ ਦੇ ਛੋਟੇ ਭਰਾ ਹੀ ਇੱਕ ਆਪਾਂ ਕਹਿ ਸਕਦੇ ਹਾਂ ਹੈਗੇ ਆ ਜੀ ਇਕਹਿਰੇ ਪੁੱਠੇ ਕਾਮੇ। ਆ ਤਾਂ ਹੈਗੇ ਦੂਰੇ ਦੂਰੇ ਤੁਹਾਨੂੰ ਦਿਸ ਰਹੇ ਆ, ਇੱਧਰ ਨੂੰ ਇੱਕ, ਇੱਧਰ ਨੂੰ, ਫਿਰ ਇੱਧਰ ਨੂੰ, ਇੱਧਰ ਨੂੰ। ਜਿਹੜੇ ਇਕਹਿਰੇ ਪੁੱਠੇ ਕਾਮੇ ਹੁੰਦੇ ਆ ਉਹ ਇਸ ਤਰ੍ਹਾਂ ਹੁੰਦੇ ਆ। ਠੀਕ ਹੈ, ਤਾਂ ਇਹ ਕਦੋਂ ਲੱਗਦੇ ਆ? ਜਦੋਂ ਅਸੀਂ ਕਿਸੇ ਦੀ ਜਿਵੇਂ ਕੋਈ ਕਿਤਾਬ ਦਾ ਜ਼ਿਕਰ ਕਰਨਾ ਹੈ। ਜਿਵੇਂ ਮੈਂ ਲਿਖਾਂ ਕਿ ਮੈਂ ਹੁਣ ਪੜ੍ਹ ਰਹੀ ਹਾਂ। ਠੀਕ ਹੈ, ਤਾਂ ਇੱਥੇ ਤੁਹਾਨੂੰ ਲੱਗੂਗਾ ਕਿ ਮੈਂ ਹੁਣ ਪੜ੍ਹ ਰਹੀ ਹਾਂ ਦਾ ਮਤਲਬ ਇਹ ਹੈ ਕਿ ਮੈਂ ਇਸ ਵਕਤ ਪੜ੍ਹ ਰਹੀ ਹਾਂ। ਪਰ ਜੇ ਮੈਂ ਇੱਥੇ ਪੁੱਠੇ ਕੌਮੇ ਲਾਤੇ ਹੁਣ ਤੇ ਇਸ ਤਰ੍ਹਾਂ ਕਰਕੇ, ਤਾਂ ਇਹ ਹੁਣ ਇੱਕ ਮੈਗਜ਼ੀਨ ਦਾ ਨਾਮ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬੀ ਦੀ ਬਹੁਤ ਪ੍ਰਸਿੱਧ ਮੈਗਜ਼ੀਨ ਹੈ ਹੁਣ, ਤਾਂ ਉਹਦਾ ਨਾਮ ਹੈ ਇਹ। ਤਾਂ ਇਹ ਜੇ ਪੁੱਠੇ ਕੌਮੇ ਮੈਂ ਲਾਏ ਆ ਤਾਂ ਹੀ ਲੋਕਾਂ ਨੂੰ ਪਤਾ ਲੱਗੂਗਾ ਕਿ ਮੈਂ ਕਿਸੇ ਕਿਤਾਬ ਦੀ ਗੱਲ ਕਰ ਰਹੀ ਹਾਂ। ਜਿਵੇਂ ਮੈਂ ਲਿਖਾਂ ਚਿੱਟਾ ਲਹੂ ਮੇਰਾ ਮਨਪਸੰਦ ਨਾਵਲ ਹੈ, ਤਾਂ ਅਸੀਂ ਚਿੱਟਾ ਲਹੂ ਨੂੰ ਇਕਹਿਰੇ ਪੁੱਠੇ ਕੌਮਿਆਂ ਦੇ ਵਿੱਚ ਬੰਦ ਕਰਾਂਗੇ। ਚਿੱਟਾ ਲਹੂ, ਕੌਮੇ ਪਹਿਲਾਂ ਲਾਏ, ਮੇਰਾ ਮਨਪਸੰਦ ਨਾਵਲ ਹੈ ਤੇ ਡੰਡੀ। ਠੀਕ ਹੈ, ਤਾਂ ਅਸੀਂ ਵੇਖ ਲੈਂਦੇ ਪੰਜਾਬ ਸਕੂਲ ਨੇ ਕਿਹੜੀ ਉਦਾਹਰਨ ਦਿੱਤੀ ਆ। ਤਾਂ ਇਹਦੇ ਵਿੱਚ ਲਿਖਿਆ ਹੋਇਆ ਹੈ ਕਿ ਹਾਂਜੀ ਬਿਲਕੁਲ ਚਿੱਟਾ ਲਹੂ ਵਾਲੀ ਉਦਾਹਰਨ ਇੱਥੇ ਲਿਖੀ ਹੋਈ ਹੈ। ਤਾਂ ਅੰਗਰੇਜ਼ੀ ਰਾਜ ਦੇ ਸਮੇਂ ਦੇ ਦੇਸ਼ ਧਰੋਹੀ ਸਾਡੀਆਂ ਨਜ਼ਰਾਂ ਵਿੱਚ ਦੇਸ਼ ਭਗਤ ਹਨ। ਕਿਸੇ ਦੂਜੇ ਦੇ ਕਹੇ ਹੋਏ ਇੱਕ ਦੋ ਸ਼ਬਦਾਂ ਨੂੰ ਵੀ ਅਸੀਂ ਕਈ ਵਾਰੀ ਪੁੱਠੇ ਕੌਮਿਆਂ ਦੇ ਵਿੱਚ ਲਿਖਦੇ ਹਾਂ, ਇਕਹਿਰੇ ਪੁੱਠੇ ਕੌਮਿਆਂ ਦੇ ਵਿੱਚ। ਦੇਖੋ ਮੰਨ ਲਓ ਆ ਤਾਂ ਪੂਰੀ ਦੀ ਪੂਰੀ ਗੱਲ ਸੀ ਮਾਤਾ ਜੀ ਨੇ ਕਹੀ ਸੀ। ਠੀਕ ਹੈ, ਤਾਂ ਪੂਰੀ ਦੀ ਪੂਰੀ ਗੱਲ ਨੂੰ ਤਾਂ ਜਦੋਂ ਅਸੀਂ ਕਰਨਾ ਸੀ ਤਾਂ ਉਹ ਅਸੀਂ ਦੂਰੇ ਪੁੱਠੇ ਕੌਮਿਆਂ ਦੇ ਵਿੱਚ ਹੀ ਕੀਤੀ। ਜੇਕਰ ਕੋਈ ਸਾਨੂੰ ਕਈ ਵਾਰੀ ਟੌਂਟ ਮਾਰ ਦਿੰਦਾ, ਕੋਈ ਕਹਿ ਦੇਵੇ ਕਿ ਤੂੰ ਤਾਂ ਬੜੀ ਚੁਸਤ ਹੈ, ਠੀਕ ਹੈ, ਤੁਹਾਨੂੰ ਇਹ ਗੱਲ ਚੰਗੀ ਨਾ ਲੱਗੇ, ਤਾਂ ਜਾਂ ਤੁਹਾਨੂੰ ਕੋਈ ਕਹਿ ਦੇਵੇ ਕਿ ਤੂੰ ਤਾਂ ਬੜੀ ਬੇਈਮਾਨ ਹੈ, ਤਾਂ ਫਿਰ ਅਸੀਂ ਉਸ ਨੂੰ ਸੁਣਾਉਣ ਦੇ ਲਈ ਲਿਖਤ ਦੇ ਵਿੱਚ ਇਸ ਤਰ੍ਹਾਂ ਲਿਖਾਂਗੇ ਕਿ ਤੇਰੀਆਂ ਨਜ਼ਰਾਂ ਵਿੱਚ ਤਾਂ ਮੈਂ ਬੇਈਮਾਨ ਹਾਂ, ਤੇ ਬੇਈਮਾਨ ਨੂੰ ਅਸੀਂ ਕੌਮਿਆਂ ਦੇ ਵਿੱਚ ਬੰਦ ਕਰ ਦੇਵਾਂਗੇ। ਠੀਕ ਹੈ, ਤਾਂ ਇਹ ਤੋਂ ਪਤਾ ਲੱਗ ਜੂ ਵੀ ਇਹ ਗੱਲ ਜਿਹੜੀ ਆ ਦੂਜੇ ਬੰਦੇ ਦੀ ਕਹੀ ਹੋਈ ਗੱਲ ਨੂੰ ਅਸੀਂ ਇੱਥੇ ਕੌਮਿਆਂ 'ਚ ਬੰਦ ਕਰ ਰਹੇ ਹਾਂ। ਤਾਂ ਇਕਹਿਰੇ ਪੁੱਠੇ ਕਾਮੇ ਇੱਕ ਸ਼ਬਦ ਤੇ ਲੱਗਦੇ ਆ, ਇੱਕ ਜਾਂ ਦੋ ਸ਼ਬਦਾਂ ਤੇ ਜਿਹੜੇ ਦੂਰੇ ਪੁੱਠੇ ਕਾਮੇ ਆ ਉਹ ਕਿਸੇ ਦੇ ਪੂਰੇ ਡਾਇਲੌਗ ਤੇ ਲੱਗਦੇ ਆ। ਵਿਸਰਾਮ ਚਿੰਨ੍ਹ ਹੈ ਬਿੰਦੀ ਕਾਮਾ।
ਇਸ ਦੀ ਆਮ ਲਿਖਤਾਂ ਦੇ ਵਿੱਚ ਜਿਹੜੇ ਆਮ ਪੰਜਾਬੀ ਲੋਕ ਆ ਉਹ ਘੱਟ ਵਰਤੋਂ ਕਰਦੇ ਆ, ਪਰ ਫਿਰ ਵੀ ਕਿਤਾਬਾਂ 'ਚ ਇਸ ਦੀ ਵਰਤੋਂ ਹੋਈ ਮਿਲਦੀ ਹੈ। ਤਾਂ ਜਿੱਥੇ ਕੌਮੇ ਨਾਲੋਂ ਜ਼ਿਆਦਾ ਰੁਕਣ ਦੀ ਲੋੜ ਹੋਵੇ ਪਰ ਡੰਡੀ ਨਾਲੋਂ ਘੱਟ ਰੁਕਣ ਦੀ ਲੋੜ ਹੋਵੇ, ਆਪਦੇ ਦਿਮਾਗ 'ਚ ਇਸ ਗੱਲ ਨੂੰ ਬਿਠਾ ਲਵੋ, ਕੌਮੇ ਨਾਲੋਂ ਜ਼ਿਆਦਾ ਰੁਕਣ ਦੀ ਲੋੜ ਹੋਵੇ ਪਰ ਡੰਡੀ ਨਾਲੋਂ ਘੱਟ। ਇਹਦਾ ਮਤਲਬ ਵੀ ਕੌਮੇ ਤੇ ਡੰਡੀ ਦੇ ਵਿਚਕਾਰ ਜਿਹਦਾ ਇਹਦਾ ਕੰਮ ਹੈ ਡੰਡੀ ਨਾਲੋਂ ਘੱਟ, ਤਾਂ ਉੱਥੇ ਅਸੀਂ ਲਾਉਂਦੇ ਹਾਂ ਬਿੰਦੀ ਕੌਮਾ। ਜਿਸ ਤਰ੍ਹਾਂ ਮੈਂ ਕਹਿਣਾ ਹੋਵੇ ਰੋਟੀ ਪੱਕ ਗਈ ਹੈ, ਬਿੰਦੀ ਕੌਮਾ ਲਾਇਆ, ਮਹਿਮਾਨਾਂ ਦੀ ਉਡੀਕ ਹੈ। ਠੀਕ ਹੈ, ਠੀਕ ਹੈ। ਤੇ ਜੇ ਮੈਂ ਕਹਿਣਾ ਹੋਵੇ ਸੂਟ ਬਣ ਗਿਆ ਹੈ, ਸੂਟ ਬਣ ਗਿਆ ਹੈ, ਮੈਂ ਹਜੇ ਦੇਖਿਆ ਨਹੀਂ, ਮੈਂ ਹਜੇ ਦੇਖਿਆ ਨਹੀਂ। ਠੀਕ ਹੈ, ਇੱਥੇ ਕੌਮੇ ਨਾਲੋਂ ਸਾਨੂੰ ਘੱਟ ਲੋੜ ਸੀਗੀ ਰੁਕਣ ਦੀ, ਕੌਮੇ ਨਾਲੋਂ ਸੌਰੀ ਜ਼ਿਆਦਾ ਲੋੜ ਸੀ ਤੇ ਪਰ ਡੰਡੀ ਨਾਲੋਂ ਘੱਟ ਲੋੜ ਸੀ। ਦੂਜੀ ਬਿੰਦੀ ਕਾਮੇ ਦੀ ਵਰਤੋਂ ਹੁੰਦੀ ਹੈ ਜਿੱਥੇ ਅਸੀਂ ਕੋਈ ਨਾ ਕੋਈ ਉਦਾਹਰਨ ਦੇਣੀ ਹੋਵੇ, ਜਿਵੇਂ ਕਿ ਲਿਖਣਾ ਹੋਵੇ ਜਲੰਧਰ ਵਿੱਚ ਖੇਡਾਂ ਦਾ ਸਮਾਨ ਬਣਦਾ ਹੈ, ਸਮਾਨ ਬਣਦਾ ਹੈ। ਠੀਕ ਹੈ, ਤਾਂ ਉੱਥੇ ਅਸੀਂ ਥੋੜਾ ਜਿਹਾ ਇਹ ਲਾ ਕੇ ਬਿੰਦੀ ਕਾਮਾ ਤਾਂ ਲਿਖਾਂਗੇ ਜਿਹਾ ਕਿ ਫੁੱਟਬਾਲ, ਗੇਂਦਾਂ ਆਦਿ। ਠੀਕ ਹੈ, ਤਾਂ ਜਿੱਥੇ ਥੋੜੀ ਜਿਹੀ ਬਹੁਤੀ ਅਸੀਂ ਉਦਾਹਰਨ ਪੇਸ਼ ਕਰਨੀ ਹੋਵੇ ਤਾਂ ਉੱਥੇ ਵੀ ਅਸੀਂ ਬਿੰਦੀ ਕਾਮਾ ਲਾ ਦਿੰਨੇ ਆ। ਠੀਕ ਹੈ, ਵਰਤੋਂ ਬਹੁਤ ਘੱਟ ਹੁੰਦੀ, ਬਹੁਤ ਘੱਟ ਪ੍ਰਚਲਿਤ ਹੈ, ਪਰ ਫਿਰ ਵੀ ਤੁਸੀਂ ਇਸ ਨੂੰ ਯਾਦ ਰੱਖ ਲੈਣਾ ਕਿ ਇਹ ਦੋ ਕੁ ਗੱਲਾਂ ਤੇ ਕੰਮ ਆਉਂਦਾ। ਤੁਹਾਨੂੰ ਸਿੱਧਾ ਇਸ ਤਰ੍ਹਾਂ ਹੀ ਪੁੱਛਿਆ ਜਾ ਸਕਦਾ ਕਿ ਬਿੰਦੀ ਕਾਮੇ ਦੀ ਵਰਤੋਂ ਕਿੱਥੇ ਹੁੰਦੀ ਹੈ, ਤਾਂ ਥੱਲੇ ਲਿਖਿਆ ਹੋਊਗਾ ਪੂਰਨ ਵਿਸ਼ਰਾਮ ਲਈ, ਅਰਧ ਵਿਸ਼ਰਾਮ ਲਈ ਜਾਂ ਕੌਮੇ ਤੋਂ ਜ਼ਿਆਦਾ ਵਿਸ਼ਰਾਮ ਲਈ, ਤਾਂ ਉਹਦੇ ਵਿੱਚ ਲਿਖਿਆ ਹੋਊ ਉਹਦਾ ਆਨਸਰ ਹੋਊਗਾ ਕੌਮੇ ਤੋਂ ਜ਼ਿਆਦਾ ਵਿਸ਼ਰਾਮ ਦੇ ਲਈ ਜਾਂ ਰੁਕਣ ਦੇ ਲਈ। ਤਾਂ ਦੋਸਤੋ ਇਹ ਸੀ ਸਾਡੇ ਵਿਸ਼ਰਾਮ ਚਿੰਨ੍ਹ। ਮੈਂ ਤੁਹਾਨੂੰ 6 ਵਿਸ਼ਰਾਮ ਚਿੰਨ੍ਹ ਕਰਾਏ ਆ। ਇਹ ਵੀਡੀਓ ਦਾ ਪਹਿਲਾ ਭਾਗ ਹੈ, ਦੂਜਾ ਭਾਗ ਲੈ ਕੇ ਜਲਦ ਹਾਜ਼ਰ ਹੋਵਾਂਗੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।